ਹੈਲੋ एवरीवन स्टार्ट करते हैं आप अपनी अज की क्लास। अज असीं 6th क्लास का जो 3rd चैप्टर है प्लेइंग विद नंबर्स उसकी एक्सरसाइज 3.4 डिस्कस करांगे। चलो देखते हैं साडी एक्सरसाइज 3.4 का जो है फर्स्ट सम की कह रहा है, कहते फाइंड दी कॉमन फैक्टर्स। ठीक है जी, फैक्टर्स बारे असीं पढ़े हुण कॉमन फैक्टर्स की होंदे ने। फैक्टर्स सीधा गल असीं पहला कर चुके हैं, एंड कॉमन फैक्टर्स की होंदे जिवें सपोज कर लो कि तुहाडी क्लास दे विच ठीक है काफ़ी स्टूडेंट ने, ठीक है उन्हां दे विचों काफ़ी स्टूडेंट ने जिन्हां दे नाम सेम ने। ਤੁਹਾਨੂੰ कहते हैं तुसीं वो वाले स्टूडेंट को अलग करो जिन्हों के नाम सेम ने, ਜਾਂ ਅਮਨ नेम वाले स्टूडेंट ਜਾਂ ਰਮਨ नेम वाले स्टूडेंट। ठीक है जी, तुसीं उन्होंने अलग करके ਜਿਹੜਾ ਹੈਗਾ अलग कर दो ਜਿਹੜੇ ਤੁਹਾਡੇ ਕੋਲ सेम नेम वाले ने। इसे तरीके कॉमन फैक्टर हो गया, इट मीनस जो उन्होंने कॉमन नेम सीगा उन्होंने ਅਸੀਂ अलग करता। सिमिलरली ਅਸੀਂ कॉमन फैक्टर्स ਨੂੰ ਕਿਵੇਂ ਫਾਈਂਡ ਆਊਟ ਕਰਾਂਗੇ ਕਿ ਅਗਰ ਸਾਡੇ ਕੋਲ ਇਹਨਾਂ ਦੋਨਾਂ ਦੇ ਫੈਕਟਰ ਜੋ ਇਹਨਾਂ ਦੋਨਾਂ ਦੇ ਫੈਕਟਰ ਬਣ ਰਹੇ ਨੇ, ਇਟ मीनस 2 ਇਹਦਾ ਵੀ ਫੈਕਟਰ ਹੈ 2 ਇਹਦਾ ਵੀ ਫੈਕਟਰ है। ठीक है जी, इट मीनस 2 साडा 20 ਨੂੰ ਵੀ डिवाइड कर रहा है, 2 साडा 28 ਨੂੰ ਵੀ डिवाइड कर रहा है, तो दोनों का कॉमन फैक्टर की हो गया 2। ठीक है जी, इट मीनस जो दोनों का साझा होवे उन्होंने ਅਸੀਂ ਕਹਿੰਦੇ ਆ कॉमन। ਹੁਣ देखो देख रहे हैं ਆਪਾਂ फैक्टर्स बनाने ने, पहला ਅਸੀਂ फैक्टर्स बनावांगे, फैक्टर्स ਤੋਂ ਬਾਅਦ ਅਸੀਂ कॉमन फैक्टर ਲੈਣੇ ਨੇ। ठीक है जी, ਹੁਣ ਜਿਵੇਂ ਆਪਣੇ ਕੋਲੇ ਹੈਗਾ फर्स्ट 28 ਆਪਾਂ ਪਹਿਲਾ फैक्टर बनावांगे 20 ਦੇ। ठीक है जी, फैक्टर्स ऑफ 20 देखो 20 ਦੇ फैक्टर ਕੀ ਹੁੰਦੇ ਨੇ ਕਿ जो भी टेबल 20 ਨੂੰ डिवाइड कर रहे, जो भी नंबर 20 ਨਾਲ डिवाइड हो रहा वो की हो गया 20 ਦਾ फैक्टर हो गया। ठीक है जी, ਹੁਣ देखो 1 ਤਾਂ ਹਰੇਕ ਦਾ डिविजिबल ਹੁੰਦਾ, 1 ਨੂੰ ਅਸੀਂ 20 ਨਾਲ डिवाइड ਕਰਾਂਗੇ ਤਾਂ ਹੋ ਜਾਊਗਾ ਈਜ਼ੀਲੀ। ठीक है जी, ਐਂਡ ਉਸ ਤੋਂ ਬਾਅਦ ਦੇਖੋ 2 ਵੀ ਆਪਣਾ 20 ਦਾ डिविजिबल है। ਉਸ ਤੋਂ ਬਾਅਦ ਚੈੱਕ ਕਰਦੇ ਆਪਾਂ 3 ਤਾਂ 20 ਦੇ डिवाइड नहीं ਹੁੰਦਾ, 4 20 ਦੇ डिवाइड ਹੁੰਦਾ, 4 5 ਜਾਂ 20 ਹੁੰਦਾ। ठीक है जी, ਉਸ ਤੋਂ ਬਾਅਦ ਦੇਖੋ 5 ਵੀ 20 ਦਾ डिविजिबल है, 6 ਦੇ ਟੇਬਲ 'ਚ 20 ਨਹੀਂ ਆਉਂਦਾ, 7 ਦੇ ਟੇਬਲ 'ਚ ਵੀ 20 ਨਹੀਂ ਆਉਂਦਾ, 8 ਦੇ ਟੇਬਲ 'ਚ ਵੀ 20 ਨਹੀਂ ਆਉਂਦਾ। ਠੀਕ ਹੈ ਜੀ, ਇਸ ਤੋਂ ਬਾਅਦ 9 ਦੇ ਟੇਬਲ 'ਚ ਵੀ 20 ਨਹੀਂ ਆਉਂਦਾ, ਉਸ ਤੋਂ ਬਾਅਦ 10 ਦੇ ਟੇਬਲ 'ਚ ਆਪਣੇ ਕੋਲ 20 ਆ ਰਿਹਾ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਸਾਡਾ 20 ਸਿਰਫ ਕਿਹੜੇ ਟੇਬਲ 'ਚ ਆਊਗਾ 20 ਵਿੱਚ। ਠੀਕ ਹੈ ਜੀ, ਇਹ ਤਾਂ ਹੋ ਗਏ ਸਾਡੇ 20 ਦੇ ਫੈਕਟਰ। ਹੁਣ ਅਸੀਂ ਫਾਈਂਡ ਆਊਟ ਕਰਨੇ ਨੇ 28 ਦੇ ਫੈਕਟਰਸ ਆਫ 28 ਦੇ ਫੈਕਟਰ ਕੀ ਹੋਣਗੇ ਫਿਰ ਸਾਡੇ ਕੋਲੇ। ਦੇਖੋ ਹੁਣ 1 ਤਾਂ ਮੈਂ ਤੁਹਾਨੂੰ ਦੱਸਿਆ ਸੀ ਹਰੇਕ ਦਾ ਫੈਕਟਰ ਹੁੰਦਾ 1 ਐਂਡ ਜੋ ਨੰਬਰ ਖੁਦ ਇਟਸੈਲਫ ਐਂਡ 1, ਤਾਂ ਦੋ ਫੈਕਟਰ ਆਪਣੇ ਕੋਲੇ ਹਰੇਕ ਨੰਬਰ ਦੇ ਹੁੰਦੇ ਆ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਦੇਖੋ ਅਸੀਂ ਚੈੱਕ ਕਰੀਏ ਕਿ 2 ਜਿਹੜਾ ਹੈਗਾ ਸਾਡਾ 28 ਤੇ ਡਿਵਾਈਡ ਹੁੰਦਾ ਹੋ ਰਿਹਾ। ਠੀਕ ਹੈ ਜੀ, ਆਪਣੇ ਕੋਲੇ ਰਿਜ਼ਲਟ ਕੀ ਹੋਊਗਾ 2 ਨਾਲ ਡਿਵਾਈਡ ਕਰਕੇ 14। ਠੀਕ ਹੈ ਜੀ, ਇਸ ਤੋਂ ਬਾਅਦ ਦੇਖੋ 3 ਵੀ 23 ਦੇ ਟੇਬਲ 'ਚ 28 ਨਹੀਂ ਆਉਂਦਾ, 27 ਆਉਂਦਾ 28 ਨਹੀਂ ਆਉਂਦਾ, 4 ਦੇ ਟੇਬਲ 'ਚ 28 ਆ ਰਿਹਾ। ਠੀਕ ਹੈ ਜੀ, 5 ਦੇ ਟੇਬਲ 'ਚ 28 ਨਹੀਂ ਆਉਂਦਾ, ਉਸ ਤੋਂ ਬਾਅਦ 6 ਦੇ ਟੇਬਲ 'ਚ ਵੀ 28 ਨਹੀਂ ਆਉਂਦਾ, 7 ਦੇ ਟੇਬਲ 'ਚ 28 ਆ ਰਿਹਾ। ਠੀਕ ਹੈ ਜੀ, ਆਪਣੇ ਕੋਲ 7 ਵੀ ਫੈਕਟਰ ਹੋ ਗਿਆ 28 ਦਾ। 7 ਤੋਂ ਬਾਅਦ 8 ਦੇ ਟੇਬਲ 'ਚ ਵੀ 28 ਨਹੀਂ ਆਉਂਦਾ। ਠੀਕ ਹੈ ਜੀ, 9 ਦੇ ਟੇਬਲ 'ਚ ਵੀ 28 ਨਹੀਂ ਆਉਂਦਾ, 10 ਦੇ ਟੇਬਲ 'ਚ ਵੀ 28 ਨਹੀਂ ਆਉਂਦਾ, ਉਸ ਤੋਂ ਬਾਅਦ ਹੈਗਾ ਸਾਡੇ ਕੋਲੇ 11 'ਚ ਵੀ ਨਹੀਂ ਆਉਂਦਾ, 12 ਦੇ ਵਿੱਚ ਵੀ ਨਹੀਂ ਆਉਂਦਾ, 13 ਦੇ ਵਿੱਚ ਵੀ ਨਹੀਂ ਆਉਂਦਾ, ਉਸ ਤੋਂ ਬਾਅਦ ਕਾਹਦੇ 'ਚ ਆਊਗਾ 40 2 ਜਾਂ 28 ਹੁੰਦਾ। ਠੀਕ ਹੈ, 40 ਤੋਂ ਬਾਅਦ ਖੁਦ ਨੰਬਰ ਹੋ ਗਿਆ ਸਾਡਾ 20। ਠੀਕ ਹੈ ਜੀ, ਇਹ ਵਾਲੇ ਜਿਹੜੇ ਹੈਗੇ 28 ਦੇ ਫੈਕਟਰਸ ਹੋ ਗਏ। ਹੁਣ ਅਸੀਂ ਲੈਣੇ ਨੇ ਕਾਮਨ, ਕਿੰਨਾ ਦਾ ਨਾਮ ਕਾਮਨ ਹੈ ਦੇਖੋ ਇਹਨਾਂ ਦੇ ਵਿੱਚੋਂ। ਠੀਕ ਹੈ ਜੀ, ਕਾਮਨ ਫੈਕਟਰਸ ਦੇਖੋ ਵੀ ਕਿੰਨਾ ਦਾ ਨਾਮ ਆਮਨ ਹੈ। ਠੀਕ ਹੈ ਜੀ, ਹੁਣ ਦੇਖੋ 1 ਦੋਨਾਂ ਦੇ ਵਿੱਚ ਹੈ 1 ਆ ਜਾਊਗਾ। ਠੀਕ ਹੈ ਜੀ, 2 ਦੋਨਾਂ ਦਾ ਫੈਕਟਰ ਹੈ 2 ਆ ਜਾਊਗਾ, ਉਸ ਤੋਂ ਬਾਅਦ 3 ਤਾਂ ਹੈ ਹੀ ਨਹੀਂ, ਦੋਨਾਂ ਦਾ ਹੀ ਫੈਕਟਰ ਨਹੀਂ, ਉਸ ਤੋਂ ਬਾਅਦ ਹੈਗਾ 4 ਕਾਮਨ ਫੈਕਟਰ ਆ ਗਿਆ। ਕੋਈ ਇਸ ਤੋਂ ਇਲਾਵਾ ਹੋਰ ਕੋਈ ਵੀ ਨੰਬਰ ਜਿਹੜਾ ਹੈਗਾ ਆਪਣਾ ਸੇਮ ਨਹੀਂ ਆ ਰਿਹਾ। ਠੀਕ ਹੈ, ਇਟ ਮੀਨਸ ਕਾਮਨ ਫੈਕਟਰ ਸਾਡੇ ਕੋਲ ਸਿਰਫ ਕੀ ਹੋ ਗਏ 1 2 ਐਂਡ 4। ਇਹ ਸੀਗਾ ਫਸਟ ਪਾਰਟ। ਹੁਣ ਆਪਾਂ ਚੈੱਕ ਕਰ ਲਿਆ ਆਪਣਾ ਬੀ ਪਾਰਟ। ਠੀਕ ਹੈ ਜੀ, ਬੀ ਪਾਰਟ ਦੇ ਵਿੱਚ ਸਾਨੂੰ ਨੰਬਰ ਦਿੱਤਾ 15 ਐਂਡ 25। ਪਹਿਲਾਂ ਅਸੀਂ 15 ਦੇ ਫੈਕਟਰ ਰਾਈਟ ਕਰਾਂਗੇ, ਫਿਰ ਅਸੀਂ 25। ਦੇਖੋ ਫੈਕਟਰਸ ਆਫ 15 ਦੇ ਫੈਕਟਰ ਕੀ ਹੋਣਗੇ ਸਾਡੇ ਕੋਲ 1 ਹੋ ਗਿਆ, 1 ਤਾਂ ਅਸੀਂ ਲਿਖਣਾ ਹੀ ਲਿਖਣਾ। ਠੀਕ ਹੈ ਜੀ, 2 ਦੇ ਟੇਬਲ 'ਚ 15 ਔਡ ਨੰਬਰ ਹੈ, 2 ਤੇ ਤਾਂ ਡਿਵਾਈਡ ਹੁੰਦਾ ਹੀ ਨਹੀਂ, ਫਿਰ 3 ਦੇ ਟੇਬਲ 'ਚ 15 ਆ ਰਿਹਾ। ਠੀਕ ਹੈ ਜੀ, 4 ਦੇ ਟੇਬਲ 'ਚ 15 ਨਹੀਂ ਆਉਂਦਾ, ਉਸ ਤੋਂ ਬਾਅਦ 5 ਦੇ ਟੇਬਲ 'ਚ 15 ਆਊਗਾ, ਐਂਡ ਦੈਨ 15 ਦੇ ਟੇਬਲ 'ਚ 15 ਆਊਗਾ। ਠੀਕ ਹੈ ਜੀ, ਇਸ ਤੋਂ ਇਲਾਵਾ 15 ਕਿਸੇ ਵੀ ਟੇਬਲ ਦੇ ਡਿਵਾਈਡ ਨਹੀਂ ਹੋਊਗਾ। ਹੁਣ ਦੇਖੋ ਆਪਾਂ ਲਿਖਨੇ ਫੈਕਟਰਸ ਆਫ 25 ਦੇ ਫੈਕਟਰ ਕੀ ਹੋਣਗੇ ਦੇਖੋ 1 ਆ ਗਿਆ। ਠੀਕ ਹੈ ਜੀ, 5 ਆ ਜਾਊਗਾ ਐਂਡ 25 ਖੁਦ ਆ ਜਾਊਗਾ, ਹੋਰ ਤਾਂ ਕਿਸੇ ਟੇਬਲ ਤੇ ਆ ਨਹੀਂ ਰਿਹਾ 25। ਸਾਡੇ ਕੋਲ ਕਾਮਨ ਫੈਕਟਰ ਕੀ ਹੋ ਗਏ ਫਿਰ
कॉमन फैक्टर्स जो होंगे, देखो 1 आ गया एंड 5, 1 एंड 5 साडा की हो गया आंसर हो गया। ठीक है जी। हुण आपां चैक कर लेंगे अपना सी पार्ट। देखो सी पार्ट दे विच की नंबर दिते हुए सानू 35 एंड 50। ठीक है जी। पहला असीं फैक्टर बनावांगे 35 दे, फैक्टर्स ऑफ 35 दे फैक्टर की होंगे, देखो 1 दी टेबल 35 होगा, 2 दी टेबल नहीं आ सकता क्योंकि 35 साडा ऑड नंबर है। उस बाद 3 दी टेबल भी 35 नहीं आता, 4 दी टेबल भी नहीं आता, 5 दी टेबल च। ठीक है जी। 5 दी टेबल च आऊगा, 6 दी टेबल च नहीं आता, 7। ठीक है जी। 7 दी टेबल च आ रहा है 5 7 या 35 होंगे। ठीक है जी। उस बाद 8 दी टेबल भी नहीं आता, 9 दी टेबल भी नहीं आता। ठीक है जी। 10 दे विच भी नहीं आता, 12 इस तो बाद 35 और किसी टेबल च नहीं आता, 35 होगा सिर्फ 35 दी टेबल च। ठीक है जी। ये होगी साडी 35 दे फैक्टर। इस तो बाद ਅਸੀਂ फाइंड आउट करने ने 50 दे फैक्टर्स। ठीक है जी। फैक्टर्स ऑफ 50। 50 दे फैक्टर की होंगे, देखो 1 भी हो गया, 2 भी हो गया। ठीक है जी। 3 नहीं हैगा, 4 भी नहीं हैगा, 5 तो हैगा ही हैगा। ठीक है जी। 6 भी नहीं है, 7 8 9। ठीक है जी। इन्हां विचों कोई भी नंबर नहीं, इस वाले अलावा अपने को 10 आऊगा। 10 तो बाद देखो अपने को क्या होगा 25 तो बाद नंबर खुद हो गया। ठीक है जी। यही अपने को 50 के फैक्टर नहीं। हम कॉमन फैक्टर की आ जाएंगे फिर सारे को। कॉमन फैक्टर्स देख लो 1 हो गया। ठीक है जी। उस तो बाद 5 हो गया, 1 एंड 5, सिर्फ 1 एंड 5 ਜਿਹੜੇ ਹੈਗੇ ਇਹਨਾਂ ਦੋਨੋਂ ਦੇ कॉमन फैक्टर्स ने ਸਾਡੇ ਕੋਲ। ਇਸ ਤੋਂ ਬਾਅਦ ਅਸੀਂ फाइंड आउट करना है 56 एंड 120। 56 एंड 120 के कॉमन फैक्टर फाइंड आउट करांगे। देखो रिजल्ट की होगा अपने को 56 एंड डी पार्ट हैगा साडे कोले 56 एंड 120। पहला ਅਸੀਂ फैक्टर्स लिख लेने हैं 56 के, फैक्टर्स ऑफ 56 ਦੇ फैक्टर की होंगे, देखो साडे कोले 1 आ जाऊगा। ठीक है जी। उस तो बाद 2 तो बाद देखो 3 आ रहे नहीं आ रहा। ठीक है जी। 4 अपने को आऊगा एंड 5 नहीं आ रहा। ठीक है जी। 6 भी नहीं आ रहा, 7 आ रहा, 8 भी आ रहा। ठीक है जी। उस तो बाद 9 नहीं आ रहा, 10 नहीं आ रहा। ठीक है जी। इस तो सीधा आप डायरैक्ट इन्हों डिवाइड ही कर लेने। ठीक है। डिवाइड करेंगे, देखो 4 में 56 नाल डिवाइड करेंगे, अपने को रिजल्ट क्या होगा 4 में जो ਅਸੀਂ 56 नाल डिवाइड करेंगे अपने को 14 आ गए। ठीक है जी। 2 ਨੂੰ 56 नाल डिवाइड करेंगे, 2 ਦੇ ਟੇਬਲ ਤੇ 56। ठीक है जी। 56 ਨੂੰ डिवाइड करेंगे 28 आ गया। उस तो बाद नंबर खुद हो जाएगा 56। तो ये सारे को 56 के फैक्टर हो गए। इस बाद ਅਸੀਂ फाइंड आउट करने में, देखो 8 ਦੇ ਟੇਬਲ 56 7 ਤੇ आ रहा है, ये दोनों ही आपस ਦੇ ਵਿੱਚ इंटरचेंज हो गए। इस बाद ਅਸੀਂ फाइंड आउट करने 120 के फैक्टर्स ऑफ 120 के फैक्टर लिखांगे। देखो काफी सारे फैक्टर हैं, 1 भी हो गया। ठीक है जी। 2 भी 120 का फैक्टर है, 3 भी है, 4 भी है। ठीक है जी। 5 भी हैगा, 6 भी हैगा, 7 नहीं हैगा, 8 हैगा। ठीक है जी। 9 नहीं हैगा, 10 हैगा, 11 नहीं हैगा, उस तो बाद 12। ठीक है जी। नेक्स्ट तो ਅਸੀਂ डिवाइड करके चेक कर लेने, लास्ट तो लग जाने। ठीक है जी। 8 ਨਾਲ डिवाइड करांगे, कितना रिजल्ट आऊगा अपने को लिखी, देखो 1 एंड अपने को रिमाइंडर रह गया 4, 15 आ गया। ठीक है जी। 15 हो गया। 6 ਨੂੰ डिवाइड करांगे 20 आ गया। फिर आप 5 ਨੂੰ डिवाइड करांगे, देखो 5 ਨੂੰ डिवाइड करांगे ਅਸੀਂ, कितना रिजल्ट आऊगा अपने को 14। पहला जाऊगा 2 ਤੇ। ठीक है जी। फिर अपने को रिमाइंडर बचा 20 डिवाइड 24 आ गया। ठीक है जी। 24 एंड ਅਸੀਂ 4 ਨੂੰ डिवाइड करांगे तो अपने को की आ गया देखो 30। इस तो बाद ਅਸੀਂ डिवाइड करना है 3 ਨੂੰ, फिर आ जाऊगा 40। 2 ਨੂੰ डिवाइड करांगे 60 आ जाऊगा, 1 ਨੂੰ डिवाइड करांगे 120 आ गया। काफ़ी सारे फैक्टर हो गए 120 ਦੇ। ठीक है जी। जिन्ने भी ਅਸੀਂ लिख सकते हैं 10 तक लिखने तो बाद ਅਸੀਂ ਆਪਾਂ डिवाइड करना स्टार्ट कर देना। ठीक है जी। डिवाइड करके सारे बाकी जो रह जाएंगे वो वाले फैक्टर्स आ जाएंगे। इस बार देखो हम सारे को कॉमन फैक्टर की होगी, फिर कॉमन फैक्टर्स किहड़े हो गए 1 हो गया। ठीक है जी। 2 भी दोनों का फैक्टर है। इस तो बाद देखो अपने को हैगा 3 देखो 56 का फैक्टर नहीं हैगा, उस तो बाद 4 दोनों का फैक्टर है एंड की आ गया देखो अपने को 8।
इन्हां तो इलावा होर कोई भी साडे कोल कॉमन फैक्टर नहीं है, ठीक है जी। तो साडा आंसर की आ गया 1 2 4 एंड 8। इस साडा फर्स्ट क्वेश्चन। हुण आपां चलदे हां अपने नैक्सट सैकेंड क्वेश्चन। स्टूडेंट अगे अपने कोल हैगा नैक्सट सैकेंड क्वेश्चन। देखो सैकेंड क्वेश्चन की कह रहे हैं, कहते फाइंड द कॉमन फैक्टर्स ऑफ। ये भी आपां कॉमन फैक्टर फाइंड आउट करने हैं। पहला साडे कोल 2 नंबर गिवन सी, हुण आपां नंबर 3 देते, ठीक है जी। इन्हां 3 नंबर्स असीं पहला फैक्टर्स बनाने हैं, उस तो बाद असीं इन्हां दे कॉमन फैक्टर चैक करने, ठीक है। चलो स्टार्ट करते हैं। देखो पहला नंबर हैगा साडे कोल 4, ये पार्ट है। आपां बनावांगे फैक्टर्स ऑफ 4। 4 दे फैक्टर की होंगे, ईजी है बनाना, सिंपल नंबर है, ठीक है जी। 1 हो गया, 2 हो गया, 4 हो गया, यही होंगे। 4 ਨੂੰ 1 डिवाइड करूगा, 2 डिवाइड करूगा, 4 को डिवाइड करूगा, ठीक है जी। इस तो ਅਸੀਂ फाइंड आउट करने हैं फैक्टर्स ऑफ 8। फैक्टर्स ऑफ 8 8 ਦੇ फैक्टर की हो गए 1 2 4 एंड 8, ठीक है जी। यही नंबर अपने को ਜਿਹੜੇ ਹੈਗੇ डिवाइड करने 8 ਨੂੰ, ਉਸ ਤੋਂ ਬਾਅਦ ਹੈਗਾ 12 ਤੇ 12 ਦੇ फैक्टर्स की आ जाएंगे अपने को। फैक्टर्स ऑफ 12 1 हो गया, 2 3 4 6 एंड 12 खुद, ठीक है जी। और कॉमन फैक्टर की होंगे फिर सारे कॉमन फैक्टर्स आ गए। देखो 1 हो गया दोनों का कॉमन, तीनों का 3 नंबर्स ने 3 का कॉमन फैक्टर 1 हो गया, 2 एंड 4, ठीक है जी। 1 भी है, तीनों 2 भी है, तीनों एंड 4 भी है, तीनों सारे को कॉमन फैक्टर्स की आ गए 1 2 एंड 4, ठीक है जी। इस तो है नैक्सट बी पार्ट। बी पार्ट के पहला असीं फैक्टर बनाने, नंबर दिते सानू 5 15 एंड 25। सिंपल सिंपल नंबर दिते हुए ने, पहला असीं फैक्टर बनाई हटे हैं। फैक्टर्स ऑफ 5 के फैक्टर तो सिर्फ 1 ही होंगे, क्योंकि 2 ही होंगे, अपने कोई प्राइम नंबर है। इस तो 15 के फैक्टर बनावांगे। देखो जो असीं फैक्टर्स ऑफ 15 किहड़े-किहड़े टेबल ते आ रहे, देखो 1 दे आऊगा, 2 च नहीं आउंदा, 3 च आऊगा एंड 5 दे च आऊगा एंड खुद 15 दे टेबल च, ठीक है जी। इस बार 25 लास्ट हैगा साडे कोले फैक्टर्स ऑफ 25 देखो 1 दे टेबल च आ रहे, इस बार 5 दे टेबल च ही आऊगा, फिर 25 दे टेबल च भी आऊगा, इस तो इलावा और किसी टेबल च नहीं आऊगा। हुण असीं राइट करने ने कॉमन फैक्टर, ठीक है जी। तो साडे कोले कॉमन फैक्टर्स की आउणगे तीनों नंबर्स के। कॉमन फैक्टर्स की आ गए, देखो 1 तीनों दे विच है, 1 आ जाऊगा, ठीक है जी। इस तो 5 तीनों दे विच है, 5 आ जाऊगा, और कोई नंबर तो आ ही नहीं सकता। तो साडे कोले कॉमन फैक्टर की आ गए 1 एंड 5, यही असीं फाइंड आउट करना सी, ठीक है जी। इसी साडा सैकंड क्वेश्चन। हुण आपां चलदे हां अपने नैक्सट थर्ड क्वेश्चन ते। हाँ जी स्टूडेंट, नैक्सट है अपने को थर्ड क्वेश्चन। देखो थर्ड क्वेश्चन की कह रहे हैं, कहते फाइंड फर्स्ट 3 कॉमन मल्टीपल्स ऑफ। अपने फर्स्ट 3 कॉमन मल्टीपल्स लिखने हैं, ठीक है जी। अपन नंबर देते 6 एंड 8। हुण इन्हां दे मल्टीपल्स की होणगे, जो भी 6 दे टेबल 6 का टेबल जो भी नंबर्स ਨੂੰ डिवाइड करूगा 6 का क्यूब मल्टीपल होगा, ठीक है जी। तो ਅਸੀਂ 6 ਦੇ ਸਾਰੇ ਮਲਟੀਪਲਸ ਲਿਖ ਲਏ। ਦੇਖੋ ਆਪਾਂ 6 ਨੂੰ ਇਹਨਾਂ ਦੇ ਵਿੱਚੋਂ ਕਿਸੇ ਵੀ ਨੰਬਰ ਨਾਲ ਡਿਵਾਈਡ ਕਰ ਦਈਏ ਤਾਂ ਆਪਣੇ ਕੋਲੇ ਰਿਮਾਈਂਡਰ 0 ਹੋਗਾ। ਇਟ ਮੀਨਸ ਇਹ ਸਾਰੇ ਜੋ ਵੀ ਨੰਬਰ ਨੇ ਇਹ 6 ਦੇ ਮਲਟੀਪਲਸ ਨੇ, ਠੀਕ ਹੈ ਜੀ। ਇਟ ਮੀਨਸ ਕਿਹੜੇ ਕਿਹੜੇ ਹੋ ਗਏ, ਆਪਾਂ 6 ਦਾ ਟੇਬਲ ਰਾਈਟ ਕਰ ਲਿਆ, 6 12 18 24 ਅਪ ਟੂ, ਠੀਕ ਹੈ ਜੀ। ਹੁਣ ਮੈਂ ਜਿਹੜਾ ਹੈਗਾ 6 ਦਾ ਟੇਬਲ ਰਾਈਟ ਕੀਤਾ 12 ਤੱਕ, ਇਟ ਮੀਨਸ ਇੱਥੇ ਤੱਕ ਤਾਂ ਹੁੰਦਾ ਆਪਣੇ ਕੋਲੇ ਸੀਗਾ 6 10 ਜਾਂ 60, 6 11 ਜਾਂ 66, ठीक है। 6 12 ਜਾਂ ਕੀ ਹੋਗਾ 72 ਅਪ ਟੂ। ਹੁਣ ਇਸੇ ਤਰ੍ਹਾਂ ਮੈਂ ਲਿਖ ਲਿਆ 8 ਦੇ ਮਲਟੀਪਲ, ठीक है जी। 8 ਦੇ ਮਲਟੀਪਲ ਲਿਖ ਲਏ ਸਾਰੇ, 8 ਦਾ ਟੇਬਲ ਮੈਂ 80 ਤੱਕ ਰਾਈਟ ਕਰ ਲਿਆ, ਮੀਨਸ 8 10 ਜਾਂ 80। ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਫਸਟ 3 ਕਾਮਨ ਮਲਟੀਪਲਸ। ਆਪਾਂ ਨੇ ਜਿੱਥੇ ਉੱਥੇ ਤੱਕ ਅੱਗੇ ਚੱਲੀ ਜਾਣਾ ਹੁੰਦਾ ਜਿੱਥੇ ਤੱਕ ਸਾਨੂੰ ਜੋ ਵੀ ਆਪਾਂ ਨੂੰ ਪੁੱਛਦੇ ਨੇ ਉਹ ਕਾਮਨ ਆਪਾਂ ਨੂੰ ਨਹੀਂ ਮਿਲ ਜਾਂਦੇ, ਠੀਕ ਹੈ ਜੀ। ਹੁਣ ਦੇਖੋ ਫਸਟ ਕਾਮਨ ਮਲਟੀਪਲ, ਕਾਮਨ ਤਾਂ ਤੁਸੀਂ ਸਮਝਦੇ ਹੋ ਪਹਿਲਾਂ ਕਰੇ ਨਹੀਂ ਵੀ ਜੋ ਦੋਨਾਂ ਦੇ ਵਿੱਚ ਆ ਰਹੇ ਹਨ, ਦੋਨਾਂ ਦੇ ਵਿੱਚ ਦੇਖੋ ਕੀ ਆ ਰਿਹਾ ਆਪਣੇ ਕੋਲੇ ਹੁਣ 24 ਹੋ ਗਿਆ ਫਸਟ ਸਾਡਾ ਕਾਮਨ ਮਲਟੀਪਲ। ਉਸ ਤੋਂ ਬਾਅਦ ਦੇਖੋ 48 ਵੀ ਦੋਨਾਂ ਦੇ ਵਿੱਚ ਆ ਰਹੀ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਚੈੱਕ ਕਰੀਏ 72 ਵੀ ਦੋਨਾਂ ਚ ਆ ਰਹੇ। ਫਸਟ 3 ਕਿਹਾ ਸੀਗਾ ਤਾਂ ਸਾਨੂੰ ਜਿਹੜੇ ਹੈਗੇ ਕਾਮਨ ਮਲਟੀਪਲਸ ਕਿਹੜੇ ਕਿਹੜੇ ਹੋ ਗਏ ਸਾਡੇ ਕੋਲੇ, ਕਾਮਨ ਜਿਹੜੇ ਹੈਗੇ ਮਲਟੀਪਲਸ, ਠੀਕ ਹੈ ਜੀ। ਇੱਥੇ ਲਿਖ ਲਓ ਸੀ ਫਸਟ 3 common multiples of 6 and 8 is किहड़े हो गए देखो 24 48 and
72 ਇਹ ਸੀ ਫਾइंड आउट करना सी ठीक है जी फर्स्ट से कॉमन मल्टीपल ਕਿਹੜੇ ਹੋ ਗਏ ਆਪਣੇ ਕੋਲੇ 24 48 ਐਂਡ 72 ਸਿਮਿਲਰਲੀ ਆਪਣੇ ਕੋਲ ਸੈਕੰਡ ਕੁਐਸਚਨ ਹੈ ਸੈਕੰਡ ਦੇ ਵਿੱਚ ਸਾਡੇ ਕੋਲ ਪੁੱਛ ਰਹੇ ਨੇ ਉਹ 12 ਐਂਡ 18 ਦੀ ਠੀਕ ਹੈ ਜੀ ਅਸੀਂ 12 ਦਾ ਟੇਬਲ ਰਾਈਟ ਕਰ ਲਾਂਗੇ ਉਸ ਤੋਂ ਬਾਅਦ ਅਸੀਂ 18 ਦਾ ਟੇਬਲ ਰਾਈਟ ਕਰ ਲਾਂਗੇ ਹੁਣ ਸਾਨੂੰ ਫਸਟ 3 ਕਾਮਨ ਮਲਟੀਪਲਸ ਹੈ ਜੀ ਦੇਖੋ ਸਭ ਤੋਂ ਪਹਿਲਾ ਜਿਹੜਾ ਸਾਡਾ ਕਾਮਨ ਮਲਟੀਪਲ ਹੈ ਉਹ ਕਿਹੜਾ 36 ਦੋਨਾਂ ਦੇ ਟੇਬਲ 'ਚ ਹੈ देखो 12 ਦੇ ਟੇਬਲ 'ਚ ਵੀ ਆ ਰਿਹਾ ਹੈ 18 ਦੇ ਟੇਬਲ 'ਚ ਵੀ ਆ ਰਿਹਾ ਹੈ ਉਸ ਤੋਂ ਬਾਅਦ 72 ਵੀ ਦੋਨਾਂ ਦਾ ਮਲਟੀਪਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਸਾਡੇ ਕੋਲ 108 ਵੀ ਦੋਨਾਂ ਦਾ ਮਲਟੀਪਲ ਹੈ ਇਟ ਮੀਨਸ ਕਾਮਨ ਫੈਕਟਰ ਕੀ ਹੋ ਗਏ ਫਿਰ ਸਾਡੇ ਕੋਲ ਫਸਟ 3 ਕਾਮਨ ਮਲਟੀਪल्स ਕਿਹੜੇ ਹੋਣਗੇ ਫਸਟ 3 ਕਾਮਨਸ ਦੇਖੋ ਕਿਹਦੇ ਕਿਹਦੇ ਲਿਖਣੇ ਨੇ ਮਲਟੀਪल्स ਆਫ 12 and 18 is ਕਿਹੜੇ ਕਿਹੜੇ ਆ ਗਏ ਆਪਣੇ ਕੋਲੇ 36 ਆ ਗਿਆ 72 ਆ ਗਿਆ ਐਂਡ 108 ਠੀਕ ਹੈ ਜੀ ਇਹੀ ਅਸੀਂ ਜਿਹੜਾ ਹੈਗਾ ਸੀ ਸਾਡੇ ਥਰਡ ਕੁਐਸਚਨ ਦੇ ਵਿੱਚ ਫਾਈਂਡ ਆਊਟ ਕਰਨਾ ਸੀ ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ ਫੋਰਥ ਕੁਐਸਚਨ ਹਾਂਜੀ ਜੀ ਆਪਣੇ ਕੋਲ ਹੈਗਾ ਨੈਕਸਟ ਫੋਰਥ ਕੁਐਸਚਨ ਦੇਖੋ ਫੋਰਥ ਕੁਐਸਚਨ 'ਚ ਕੀ ਕਹਿ ਰਹੇ ਨੇ ਕਹਿੰਦੇ ਰਾਈਟ ਆਲ ਦਾ ਨੰਬਰਸ ਲੈਸ ਦੈਨ 100 which are common multiples of 3 and 4 100 ਤੋਂ ਲੈਸ ਅਸੀਂ ਨੇ ਕੀ ਕਰਨਾ ਹੈ 3 and 4 ਦੇ ਕਾਮਨ ਮਲਟੀਪਲਸ ਰਾਈਟ ਕਰਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ 3 ਦੇ ਮਲਟੀਪਲਸ ਲਿਖ ਲਾਂਗੇ ਫਿਰ ਆਪਾਂ 4 ਦੇ ਮਲਟੀਪਲ ਲਿਖ ਲਾਂਗੇ ਠੀਕ ਹੈ ਜੀ 3 ਦੇ ਮਲਟੀਪਲ ਅਸੀਂ 99 ਜਿਹੜਾ ਹੈਗਾ 100 ਤੋਂ ਲੈਸ ਮੀਨਸ ਜੋ ਵੀ ਨੰਬਰ 3 ਨਾਲ ਡਿਵਾਈਡ ਹੋਣਗੇ 100 ਤੋਂ ਲੈਸ ਆਪਾਂ ਸਾਰੇ ਲਿਖ ਲਾਂਗੇ ਠੀਕ ਹੈ ਜੀ ਮੀਨਸ 3 ਦਾ ਟੇਬਲ ਇੱਥੇ ਤੱਕ 10 ਤੱਕ ਹੋ ਗਿਆ ਠੀਕ ਹੈ ਜੀ ਫਿਰ ਮੈਂ 20 ਤੱਕ ਰਾਈਟ ਕਰਤਾ 30 ਤੱਕ 33 34 30 सॉरी 31 32 एंड 33 तक राइट करता ठीक है जी इट मींस उस तो बाद है जेड़ा मेरे कोल 4 ਦਾ ਟੇਬਲ ਰਾਈਟ ਕਰਤਾ ਠੀਕ ਹੈ ਜੀ ਪਹਿਲਾਂ 10 ਤੱਕ ਰਾਈਟ ਕਰਤਾ ਫਿਰ 20 ਤੱਕ ਰਾਈਟ ਕਰਤਾ 20 ਤੋਂ ਬਾਅਦ 21 22 23 ਐਂਡ 24 ਤੱਕ ਰਾਈਟ ਕਰਤਾ ਜਿਹੜਾ ਹੈਗਾ ਮੇਰੇ ਕਿਉਂਕਿ 24 ਤੇ ਜਾ ਕੇ ਮੇਰੇ ਕੋਲ 96 ਆ ਗਿਆ ਅਗਰ ਮੈਂ ਅੱਗੇ 25 ਤੇ ਰਾਈਟ ਕਰੂੰ ਤੇ ਮੇਰੇ ਕੋਲ 100 ਆਈ ਜਾ ਰਿਹਾ ਇਟ ਮੀਂਸ ਸਾਨੂੰ ਕੀ ਕਿਹਾ ਉਹਨੇ ਆਪਣੇ 100 ਤੋਂ ਲੈਸ ਨੰਬਰ ਲੈਣੇ ਨੇ ਹੁਣ ਦੇਖੋ ਇਹਨਾਂ ਦੋਨਾਂ ਦੇ ਵਿੱਚ ਕਾਮਨ ਫੈਕਟਰਸ ਕੀ ਆਉਣਗੇ ਕਾਮਨ ਮਲਟੀਪਲਸ ਠੀਕ ਹੈ ਜੀ ਕੀ ਆ ਜਾਣਗੇ ਸਾਡੇ ਕੋਲੇ ਕਾਮਨ ਮਲਟੀਪਲਸ ਆਫ ਕਿਹਦੇ ਰਾਈਟ ਕਰਨੇ ਆਪਾਂ 3 and 4 ਦੇ ਠੀਕ ਹੈ ਜੀ 3 and 4 ਦੇ ਕਾਮਨ ਮਲਟੀਪਲ ਕਿਹੜੇ ਦੇਖੋ ਸਭ ਤੋਂ ਪਹਿਲਾ ਹੈਗਾ 12 ਠੀਕ ਹੈ ਜੀ ਦੋਨਾਂ ਦੇ ਵਿੱਚ ਹੈਗਾ ਉਸ ਤੋਂ ਬਾਅਦ 24 फिर 36 ठीक है जी then 48 दोनों का कॉमन मल्टीपल है उसके बाद 60 ठीक है जी 60 तो बाद देखो अपने को 72 ठीक है जी फिर हैगा साडे कोल 72 तो बाद देखो 72 तो बाद 84 ठीक है जी 84 दोनों का कॉमन मल्टीपल है उसके बाद हैगा 96 तो सारे कोल आंसर की आ गया देखो सब तो पहला मल्टीपल 12 फिर 24 फिर 36 48 60 ठीक है जी 72 84 एंड 96 ठीक है जी यही ਅਸੀਂ फाइंड आउट करने सी इसी साडा फोर्थ क्वेश्चन ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਫਿਫਥ ਕੁਐਸਚਨ ਤੇ ਹਾਂਜੀ ਸਟੂਡੈਂਟ ਅੱਗੇ ਆਪਣੇ ਕੋਲ ਹੈਗਾ ਨੈਕਸਟ ਫਿਫਥ ਕੁਐਸਚਨ ਦੇਖੋ ਫਿਫਥ ਕੁਐਸਚਨ ਚ ਕੀ ਕਹਿ ਰਹੇ ਨੇ in the which of the following numbers are co-prime ਆਪਾਂ ਨੂੰ ਜੋ ਨੰਬਰਸ ਦਿੱਤੇ ਹੋਏ ਨੇ ਅਸੀਂ ਚੈੱਕ ਕਰਨਾ ਹੈ ਕਿ ਇਹ co-prime ਨੰਬਰ ਨੇ ਠੀਕ ਹੈ ਜੀ co-prime ਨੰਬਰ ਕਿਹੜੇ ਹੁੰਦੇ ਨੇ co-prime ਨੰਬਰ ਹੁੰਦੇ ਨੇ ਕਿ ਅਗਰ ਦੋਨੋਂ ਨੰਬਰਸ ਦਾ ਜਿਹੜਾ ਹੈਗਾ ਕਾਮਨ ਫੈਕਟਰ ਦੋ ਨੰਬਰਸ ਨੇ ਅਗਰ ਇਹਨਾਂ ਦੀ ਕਾਮਨ ਫੈਕਟਰ ਠੀਕ ਹੈ ਸਾਡੇ ਕੋਲੇ 1 ਆਵੇ ਠੀਕ ਹੈ ਜੀ ਦੋਨੋਂ ਨੰਬਰ ਦਾ ਕਾਮਨ ਫੈਕਟਰ 1 ਆਵੇ ਤਾਂ ਹੋਊਗੇ ਸਾਡੇ ਕੋਲੇ co-prime ਨੰਬਰ ਅਗਰ 1 ਤੋਂ ਇਲਾਵਾ ਕੋਈ ਵੀ ਨੰਬਰ ਆਊਗਾ ਤਾਂ ਹੋ ਜਾਣਗੇ ਆਪਣੇ ਕੋਲੇ ਨਾਟ co-prime ਉਹਨਾਂ ਨੂੰ ਬੋਲਦੇ ਅਸੀਂ ਕੰਪੋਜ਼ਿਟ ਨੰਬਰ ਠੀਕ ਹੈ ਜੀ ਹੁਣ ਅਸੀਂ ਚੈੱਕ ਕਰਨਾ ਕਿ ਇਹ ਜਿਹੜੇ ਨੰਬਰ ਨੇ ਸਾਡੇ ਕੋਲੇ co-prime ਹੈਗੇ ਜਾਂ ਨਹੀਂ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੇ ਫੈਕਟਰਸ ਫਾਈਂਡ ਆਊਟ ਕਰਾਂਗੇ ਠੀਕ ਹੈ ਫਸਟ ਜਿਹੜਾ ਹੈਗਾ ਫੈਕਟਰਸ ਆਫ 18 ਆਰ ਪਹਿਲਾਂ 18 ਦੇ ਫੈਕਟਰ ਫਾਈਂਡ ਆਊਟ ਕਰਾਂਗੇ 35 ਦੇ ਠੀਕ ਹੈ ਜੀ ਫਿਰ ਅਸੀਂ ਉਹਨਾਂ ਦਾ ਕਾਮਨ ਫੈਕਟਰ ਨਿਕਾਲਾਂਗੇ ਦੋਨਾਂ ਦਾ ਹੁਣ 18 ਦੇ ਫੈਕਟਰ ਕੀ ਆਉਣਗੇ ਦੇਖੋ ਸਾਡੇ ਕੋਲੇ 1 ਹੋ ਗਿਆ 2 ਹੋ ਗਿਆ 3 ਵੀ ਹੋ ਜਾਊਗਾ ਠੀਕ ਹੈ ਜੀ 4 ਨਹੀਂ ਡਿਵਾਈਡ ਹੋ ਰਿਹਾ 18 ਤੇ 5 ਵੀ ਨਹੀਂ ਡਿਵਾਈਡ ਹੋ ਰਿਹਾ 18 ਤੇ 6 ठीक है जी 7 8 उस बाद 9 आ गया 9 तो बाद डायरेक्ट साडे कोल की होगा 18 ठीक है जी साडे कोल 18 ਦੇ ਫੈਕਟਰ ਹੋ ਗਏ ਫਿਰ ਅਸੀਂ ਫੈਕਟਰ ਫਾਈਂਡ ਆਊਟ ਕਰਨੇ ਆ 35 ਦੇ ਫੈਕਟਰਸ ਆਫ 35 ਆ 35 ਦੇ ਫੈਕਟਰ ਕਿਹੜੇ ਕਿਹੜੇ ਹੋਣਗੇ ਦੇਖੋ 1 ਤਾਂ ਸਾਰਿਆਂ ਦੇ ਫੈਕਟਰ ਹੁੰਦਾ ਇੱਕ ਨੰਬਰ ਖੁਦ
itself, ठीक है जी। ਹੁਣ ਇਸ ਤੋਂ ਬਾਅਦ ਆਪਣੇ ਕੋਲੇ 3 ਤੇ ਨਹੀਂ ਡਿਵਾਈਡ ਹੋ ਰਿਹਾ 35, 4 ਤੇ ਵੀ ਨਹੀਂ, 5 ਤੇ ਡਿਵਾਈਡ ਹੋਊਗਾ, ठीक है जी। 5 ਤੋਂ ਬਾਅਦ 7, ठीक है जी, 7 ਤੋਂ ਬਾਅਦ ਡਾਇਰੈਕਟ 35 ਦੇ ਟੇਬਲ ਤੇ ਡਿਵਾਈਡ ਹੋਊਗਾ। ਹੁਣ ਦੇਖੋ ਸਾਡੇ ਕੋਲੇ ਕਾਮਨ ਫੈਕਟਰ ਕੀ ਆ ਗਿਆ ਫਿਰ, ਕਾਮਨ ਫੈਕਟਰਸ ਕੀ ਹੋ ਗਏ ਸਾਡੇ ਕੋਲ, ਕਾਮਨ ਫੈਕਟਰ ਸਿਰਫ ਸਾਡੇ ਕੋਲ ਕੀ ਆ ਰਿਹਾ ਦੋਨਾਂ ਦੇ ਵਿੱਚੋਂ, ਦੇਖੋ ਕੰਪੇਅਰ ਕਰੋ 1 ਤੋਂ ਇਲਾਵਾ ਹੋਰ ਕੋਈ ਵੀ ਨੰਬਰ ਜਿਹੜਾ ਹੈਗਾ ਕਾਮਨ ਨਹੀਂ ਹੈਗਾ, ਮੀਨਸ ਕਾਮਨ ਫੈਕਟਰ 1 ਆ ਗਿਆ। मैं पहला कहा सी अगर दो नंबर्स का कॉमन फैक्टर 1 आ रहा तो साडे कोल की होणगे इको प्राइम नंबर, तो ਅਸੀਂ ਕੀ ਲਿਖਾਂਗੇ ਹੈਂਸ given two numbers are co-prime, ठीक है जी, co-prime हो गए क्योंकि साडे कोल ਇਹਨਾਂ ਦਾ HCF ਜਿਹੜਾ ਹੈਗਾ ਸੌਰੀ ਕਾਮਨ ਫੈਕਟਰ ਜਿਹੜਾ ਹੈਗਾ ਹੋ ਗਿਆ 1, ठीक है जी। ਹੁਣ ਅਸੀਂ B ਪਾਰਟ ਚੈੱਕ ਕਰ ਲੈਣੇ, ਸਾਡਾ B ਪਾਰਟ ਦੇ ਵਿੱਚ ਸਾਨੂੰ ਦਿੱਤਾ 15 and 37, ठीक है जी। 15 and 37 ਨੂੰ ਦੇਖ ਕੇ ਪਤਾ ਲੱਗ ਰਿਹਾ ਕਿ ਇਹ ਨੰਬਰ ਕੋ ਪ੍ਰਾਈਮ ਹੈ ਕਿਉਂਕਿ 37 ਸਾਡੇ ਕੋਲ ਕੀ ਹੈਗਾ ਦਾ ਕੋ ਪ੍ਰਾਈਮ ਨੰਬਰ। ਤਾਂ ਦੇਖੋ ਕੀ ਆ ਜਾਊਗਾ ਆਪਣੇ ਕੋਲੇ 15 ਫੈਕਟਰ ਆਫ 15 ਦੇ ਫੈਕਟਰਸ ਕੀ ਆ ਜਾਣਗੇ, ਫੈਕਟਰਸ ਆਫ 15 ਆਰ, ਦੇਖੋ 15 ਕਿਹੜੇ ਟੇਬਲ ਨਾਲ ਡਿਵਾਈਡ ਹੁੰਦਾ ਹੈ 1 ਨਾਲ, ठीक है जी, 3 ਨਾਲ, 5 ਨਾਲ ਐਂਡ 15 ਨਾਲ, ਇਹ ਹੋਣਗੇ 15 ਦੇ ਫੈਕਟਰ, ठीक है जी। ਉਸ ਤੋਂ ਬਾਅਦ ਅਸੀਂ ਲਿਖਣੇ ਨੇ 37 ਦੇ ਫੈਕਟਰਸ of 37 ਦੇ ਫੈਕਟਰ ਕੀ ਆਉਣਗੇ ਫਿਰ ਸਾਡੇ ਕੋਲੇ ਦੇਖੋ 1 and 37 क्योंकि प्राइम नंबर है, प्राइम नंबर ਦੇ ਸਿਰਫ ਦੋ ਹੀ ਫੈਕਟਰ ਹੁੰਦੇ ਨੇ, ਇੱਕ 1 ਇੱਕ ਨੰਬਰ ਜਿਹੜਾ ਹੈਗਾ ਖੁਦ। ਤਾਂ ਹੁਣ ਸਾਡੇ ਕੋਲੇ ਕਾਮਨ ਫੈਕਟਰ ਕੀ ਆ ਗਿਆ ਫਿਰ, ਕਾਮਨ ਫੈਕਟਰ ਦੇਖੋ ਜੀ 1 ਤੋਂ ਇਲਾਵਾ ਕੁਝ ਵੀ ਕਾਮਨ ਨਹੀਂ ਆ ਰਿਹਾ, ਮੀਨਸ ਕਾਮਨ ਫੈਕਟਰ ਸਾਡੇ ਕੋਲ ਦੋਨਾਂ ਦੇ ਵਿੱਚ 1 ਹੋ ਗਿਆ, ਠੀਕ ਹੈ। ਤਾਂ ਫਿਰ ਕੀ ਹੋ ਗਿਆ ਇਹ ਨੰਬਰਸ ਕੋ ਪ੍ਰਾਈਮ ਹੋ ਗਏ, ਹੈਂਸ the given two numbers are co-prime, ठीक है जी। तो अपने को की हो गए ਜਿਹੜੇ ਇਹ two numbers ਨੇ ਕੀ ਹੋ ਗਏ co-prime, ਇਹੀ ਸੀ ਫਾइंड आउट करना सी, ठीक है जी। बाकी ਹੁਣ ਆਪਾਂ ਇਹਦੇ ਨੈਕਸਟ ਜੋ ਪਾਰਟ ਰਹਿ ਗਏ ਉਹ ਚੈੱਕ ਕਰ ਲੈਣੇ ਆ। ਹਾਂਜੀ ਸਟੂਡੈਂਟ ਅੱਗੇ ਆਪਣੇ ਕੋਲ 5th ਕੁਐਸਚਨ ਦਾ ਸੀ ਪਾਰਟ ਹੈ, ठीक है जी। ਸੀ ਪਾਰਟ ਵੀ ਆਪਾਂ ਸਿਮਿਲਰ ਜਿਵੇਂ ਫਸਟ ਟੂ ਪਾਰਟ ਸੋਲਵ ਕੀਤੇ ਐਜ਼ ਇਟ ਇਜ਼ ਕਰਾਂਗੇ, ਪਹਿਲਾਂ ਫੈਕਟਰ ਬਣਾਵਾਂਗੇ, ठीक है जी। ਅਗਰ ਸਾਡੇ ਕੋਲ ਕਾਮਨ ਫੈਕਟਰ ਆ ਰਿਹਾ ਤਾਂ ਸਾਡਾ ਨੰਬਰ हैगा नॉट को प्राइम, अदरवाइज को प्राइम, ठीक है जी। साडे कोल 30 है, पहले 30 दी फैक्टर बना लिया ਆਪਾਂ ਸਾਰੇ, ठीक है जी। 30 ਕਿਹੜੇ ਟੇਬਲ ਨੂੰ ਡਿਵਾਈਡ ਕਰ ਰਿਹਾ, ठीक है जी। 30 ਨੂੰ ਆਪਣੇ ਕੋਲ ਕਿਹੜਾ ਨੰਬਰ ਜਿਹੜਾ ਹੈਗਾ ਡਿਵਾਈਡ ਕਰ, ਦੇਖੋ 1 2 ਵੀ 30 ਨੂੰ ਡਿਵਾਈਡ ਕਰ ਰਿਹਾ, 3 ਵੀ 5 ਵੀ 6 ਵੀ 10 ਵੀ 15 ਵੀ ਐਂਡ 30, ਇਹ ਸਾਰੇ ਆਪਣੇ ਕੋਲ ਕੀ ਹੋ ਗਏ 30 ਦੇ ਫੈਕਟਰ ਹੋ ਗਏ। ਉਸ ਤੋਂ ਅਸੀਂ 415 ਦੇ ਫੈਕਟਰ ਲਿਖ ਲਾਂਗੇ। 415 ਦੇ ਫੈਕਟਰ ਕਿਹੜੇ ਆ ਗਏ, ਦੇਖੋ ਸਾਡੇ ਕੋਲੇ 1 ਆ ਗਿਆ, 5 ਆ ਗਿਆ, 83 ਆ ਗਿਆ एंड 415 आ गया। सिर्फ यही फैक्टर ने ਜਿਹੜੇ ਆਪਣੇ ਕੋਲੇ 415 ਨੇ। तो देखो कॉमन फैक्टर ਸਾਡੇ ਕੋਲ ਕੀ ਆ ਗਏ 1 ਵੀ ਦੋਨਾਂ ਚ ਹੈਗਾ 5 ਵੀ ਦੋਨਾਂ ਚ ਹੈਗਾ, कॉमन फैक्टर 1 एंड 5 आ गए। इट मींस ਕੀ ਹੋ ਗਿਆ ਸਾਨੂੰ ਕੀ ਚਾਹੀਦਾ ਸੀਗਾ ਕਿ ਅਗਰ ਸਾਡੇ ਕੋਲੇ ਦੋ ਨੰਬਰਸ ਨੇ ਉਹਨਾਂ ਦਾ कॉमन फैक्टर ਸਿਰਫ 1 ਹੈ ਤਾਂ ਸਾਡੇ ਕੋਲੇ ਕੋ ਪ੍ਰਾਈਮ ਨੰਬਰ ਨੇ, ਅਦਰਵਾਈਜ਼ ਨਾਟ ਕੋ ਪ੍ਰਾਈਮ। ਤਾਂ ਕੀ ਆ ਜਾਊਗਾ ਸਾਡਾ ਰਿਜ਼ਲਟ, ਹੈਂਸ ਦੀ ਗਿਵਨ ਟੂ ਨੰਬਰਸ ਆਰ ਨਾਟ ਕੋ ਪ੍ਰਾਈਮ ਕਿਉਂਕਿ ਸਾਡੇ ਕੋਲੇ कॉमन फैक्टर ਕੀ ਆਏਗਾ 1 एंड 5, ठीक है जी। सिमिलरली ਆਪਾਂ डी पार्ट चेक कर लेंगे। देखो साडे कोले दो नंबर गिवन ने 17 एंड 68, ठीक है जी। 17 ਦੇ ਜਿਹੜੇ ਫੈਕਟਰਸ ਹੋ ਗਏ ਸਾਡੇ ਕੋਲੇ ਕਿਹੜੇ ਹੋ ਗਏ, ਦੇਖੋ 1 ਤਾਂ ਹਰ ਇੱਕ ਦਾ ਫੈਕਟਰ ਹੁੰਦਾ ਐਂਡ 17 ਸਾਡੇ ਕੋਲੇ ਪ੍ਰਾਈਮ ਨੰਬਰ ਹੈ ਤੇ ਇਹਦਾ ਕੋਈ ਹੋਰ ਫੈਕਟਰ ਹੋ ਨਹੀਂ ਸਕਦਾ, 17 ਖੁਦ ਹੋਊਗਾ। ਤਾਂ ਦੋ ਫੈਕਟਰ ਬਣ ਗਏ ਸਾਡੇ ਕੋਲੇ ਪ੍ਰਾਈਮ ਨੰਬਰ 17 ਦੇ 1 ਐਂਡ 17। ਉਸ ਤੋਂ ਬਾਅਦ ਸਾਡੇ ਕੋਲ ਨੰਬਰ ਹੈਗਾ 68, ठीक है जी। 68 ਦੇ ਜਿਹੜੇ ਹੈਗੇ ਫੈਕਟਰ ਚੈੱਕ ਕਰ ਲੈਣੇ ਕਿਹੜੇ ਨੇ ਆਪਣੇ ਕੋਲੇ 1 2 4 17 34 ਐਂਡ 68। ਇਹ ਵਾਲੇ ਨੰਬਰ ਹੀ ਸਾਡੇ 68 ਨੂੰ ਡਿਵਾਈਡ ਕਰ ਰਹੇ ਨੇ ਤਾਂ ਇਹ ਸਾਡੇ ਕੋਲੇ 68 ਦੇ ਜਿਹੜੇ ਹੈਗੇ ਮਲਟੀਪਲਸ ਹੋ ਗਏ, ਠੀਕ ਹੈ ਜੀ, ਫੈਕਟਰਸ ਹੋ ਗਏ। ਤਾਂ ਕੀ ਲਿਖਾਂਗੇ ਅਸੀਂ ਕਾਮਨ ਫੈਕਟਰਸ ਕਿਹੜੇ ਆ ਗਏ ਸਾਡੇ ਕੋਲੇ, ਦੋਨਾਂ ਦੇ ਕਾਮਨ ਫੈਕਟਰ ਦੇਖੋ 1 ਵੀ ਹੈਗਾ ਐਂਡ 17 ਵੀ, ਦੇਖੋ 1 ਆ ਗਿਆ ਐਂਡ 17 ਆ ਗਿਆ। ਇਟ ਮੀਨਸ ਕੀ ਹੋ ਗਿਆ ਨੰਬਰ ਵੀ ਸਾਡਾ ਕੀ ਹੋ ਗਿਆ ਨਾਟ ਕੋ ਪ੍ਰਾਈਮ, ਠੀਕ ਹੈ ਜੀ। ਕਾਮਨ ਫੈਕਟਰ ਆ ਰਿਹਾ ਹੈ ਨਾ 1 ਵੀ ਆ ਗਿਆ 17, ਤਾਂ ਕੀ ਲਿਖਾਂਗੇ ਅਸੀਂ ਹੈਂਸ ਦ ਗਿਵਨ ਟੂ ਨੰਬਰਸ ਆਰ ਨਾਟ ਕੋ ਪ੍ਰਾਈਮ, ਠੀਕ ਹੈ ਜੀ। ਇਹ ਸੀਗਾ ਸਾਡਾ ਡੀ ਪਾਰਟ। ਹੁਣ ਆਪਣੇ ਕੋਲ ਰਹਿ ਗਏ ਲਾਸਟ ਦੋ ਪਾਰਟ, वो भी चेक कर लेने ਆਪਾਂ ਨੈਕਸਟ। ਹਾਂਜੀ ਸਟੂਡੈਂਟ ਅੱਗੇ ਆਪਣੇ ਕੋਲ ਹੈਗਾ ਨੈਕਸਟ 5th ਕੁਐਸਚਨ ਦਾ ਈ ਪਾਰਟ। ਦੇਖੋ ਈ ਪਾਰਟ ਦੇ ਵਿੱਚ ਸਾਨੂੰ ਦੋ ਨੰਬਰ ਗਿਵਨ ਨੇ 216 ਐਂਡ 250। ਪਹਿਲਾਂ ਅਸੀਂ ਇਹਨਾਂ ਦੋਨੋਂ ਨੰਬਰਸ ਦੇ ਫੈਕਟਰ ਬਣਾਵਾਂਗੇ। ਦੇਖੋ ਜੀ 216 ਦੇ ਫੈਕਟਰ ਸਾਡੇ ਕੋਲੇ ਕੀ ਆ ਗਏ 1 ਹੋ ਗਿਆ 2 ਹੋ ਗਿਆ, ਠੀਕ ਹੈ ਜੀ। ਸਾਰੇ ਨੰਬਰ ਜੋ ਵੀ ਮੈਂ ਲਿਖੇ ਨੇ ਉਹ 216 ਨੂੰ ਡਿਵਾਈਡ ਕਰ ਰਹੇ ਨੇ, ਠੀਕ ਹੈ ਜੀ। 2 3 4 6 8 9 12 18 24 27 36 54 72 108 216 ਇਹ ਸਾਰੇ ਕੀ ਨੇਗੇ फैक्टर ऑफ 216। सिमिलरली ਅਸੀਂ ਫੈਕਟਰ ਰਾਈਟ ਕਰ ਲਾਂਗੇ 215 ਦੇ 215 ਦੇ ਫੈਕਟਰ ਸਾਡੇ ਕੋਲ ਆ ਗਏ 1 5 43 ਐਂਡ 250।
ਹੁਣ ਅਗਰ ਮੈਂ ਦੋਨੋਂ ਫੈਕਟਰਸ ਨੂੰ ਕੰਪੇਅਰ ਕਰਾਂ, ਦੋਨੋਂ ਫੈਕਟਰਸ ਨੂੰ ਕੰਪੇਅਰ ਕਰਨ ਤੋਂ ਬਾਅਦ ਮੇਰੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਨੰਬਰ ਜਿਹੜਾ ਹੈਗਾ ਕਾਮਨ ਫੈਕਟਰ ਨਹੀਂ ਆ ਰਿਹਾ, ਸਿਰਫ 1। ਇਟ ਮੀਨਸ ਕੀ ਹੋ ਗਿਆ ਵੀ ਜਿਹੜੇ ਮੇਰੇ ਕੋਲ ਇਹ ਨੰਬਰ ਨੇ ਉਹ ਦੋਨੋਂ ਕੀ ਨੇ, ਕੋ-ਪ੍ਰਾਈਮ ਨੰਬਰ ਨੇ, ਕਿਉਂਕਿ ਮੇਰੇ ਕੋਲ ਜਿਹੜਾ ਕਾਮਨ ਫੈਕਟਰ ਉਹ ਕੀ ਹੈ, 1 ਹੈ। ਸਿਮਿਲਰਲੀ ਮੈਂ ਸੈਕੰਡ ਪਾਰਟ ਐਫ ਪਾਰਟ ਚੈੱਕ ਕਰ ਲੂੰਗੀ। ਐਫ ਦੇ ਵਿੱਚ ਮੇਰੇ ਕੋਲ ਨੰਬਰ ਹੈਗਾ 81 ਐਂਡ 16, ਠੀਕ ਹੈ ਜੀ। 81 ਦੇ ਫੈਕਟਰਸ ਕੀ ਆ ਗਏ ਮੇਰੇ ਕੋਲ 1 3 9 27 ਐਂਡ 81 ਐਂਡ 16 ਦੇ ਫੈਕਟਰ ਆ ਗਏ ਮੇਰੇ ਕੋਲ 1 2 4 8 16। ਇਹ ਤਾਂ ਸਾਰਿਆਂ ਨੂੰ ਰਾਈਟ ਕਰਨੇ ਆ ਗਏ ਨਾ, ਫੈਕਟਰਸ ਕਿਵੇਂ ਲਿਖਦੇ ਹੁੰਦੇ ਆਪਾਂ, ਇਹ ਤਾਂ ਸਾਰਾ ਤੁਹਾਨੂੰ ਕਲੀਅਰ ਹੈ। ਹੁਣ ਦੇਖੋ ਅਗਰ ਮੈਂ ਇਹਨਾਂ ਦੋਨੋਂ ਨੰਬਰਸ ਨੂੰ ਕੰਪੇਅਰ ਕਰਾਂ ਤਾਂ ਮੇਰੇ ਕੋਲ ਇਹਨਾਂ ਦੋਨਾਂ ਦੇ ਵਿੱਚ ਵੀ ਕਾਮਨ ਫੈਕਟਰ ਕੀ ਆ ਰਿਹਾ, 1 ਆ ਰਿਹਾ, ਠੀਕ ਹੈ ਜੀ। ਤਾਂ ਮੈਂ ਕੀ ਲਿਖੂੰਗੀ ਇਸ ਤੋਂ ਬਾਅਦ, ਦੇਖੋ ਕਾਮਨ ਫੈਕਟਰ 1, ਠੀਕ ਹੈ ਜੀ। ਕਾਮਨ ਫੈਕਟਰ ਮੇਰੇ ਕੋਲੇ ਆ ਗਿਆ 1, ਤਾਂ ਕੀ ਹੋ ਗਿਆ, ਹੈਂਸ ਜਿਹੜੇ ਹੈਗੇ 2 ਗਿਵਨ ਨੰਬਰਸ ਆਰ ਕੋ-ਪ੍ਰਾਈਮ। ਇਹ ਮੇਰੇ ਕੋਲ ਕੀ ਹੋ ਗਏ, ਨੰਬਰ ਕੋ-ਪ੍ਰਾਈਮ ਨੰਬਰ ਹੋ ਗਏ, ਠੀਕ ਹੈ ਜੀ। ਇਹ ਮੈਂ ਫਾਈਂਡ ਆਊਟ ਕਰਨਾ ਸੀਗਾ। ਇਹ ਸੀਗਾ ਮੇਰਾ 5th ਕੁਐਸਚਨ। ਹੁਣ ਆਪਾਂ ਚੱਲਦੇ ਆਪਣੇ ਨੈਕਸਟ 6th ਕੁਐਸਚਨ। ਹਾਂਜੀ ਸਟੂਡੈਂਟ, ਅੱਗੇ ਆਪਣੇ ਕੋਲ ਹੈਗਾ ਨੈਕਸਟ 6th ਕੁਐਸਚਨ। ਦੇਖੋ 6th ਕੁਐਸਚਨ ਕੀ ਕਹਿ ਰਹੇ ਨੇ, ਕਹਿੰਦੇ ਆ ਨੰਬਰ ਇਜ਼ ਡਿਵੀਜ਼ੀਬਲ ਬਾਈ ਬੋਥ 5 ਐਂਡ 12, ਠੀਕ ਹੈ ਜੀ। Why which other number will that number always divisible? ਆਪਾਂ ਨੇ ਕਿਵੇਂ ਦਾ ਨੰਬਰ ਫਾਈਂਡ ਆਊਟ ਕਰਨਾ ਜਿਹੜਾ ਇਹਨਾਂ ਦੋਨਾਂ ਨੰਬਰਸ ਨਾਲ ਕੀ ਹੋਵੇ, ਡਿਵੀਜ਼ੀਬਲ ਹੋਵੇ, ਠੀਕ ਹੈ ਜੀ। ਇਸ ਦੋਨੋਂ ਨੰਬਰਸ ਦਾ ਕੀ ਹੋਵੇ, ਫੈਕਟਰ ਹੋਵੇ। ਮੀਨਸ ਕੀ ਕਰਾਂਗੇ ਅਸੀਂ, ਜੋ ਵੀ ਸਾਡੇ ਕੋਲੇ 2 ਨੰਬਰ ਗਿਵਨ ਨੇ, ਠੀਕ ਹੈ ਜੀ, ਉਹਨਾਂ ਦਾ ਅਸੀਂ HCF ਕਾਮਨ ਫੈਕਟਰ ਫਾਈਂਡ ਆਊਟ ਕਰਾਂਗੇ, ਠੀਕ ਹੈ ਜੀ, ਦੋਨਾਂ ਦੇ। ਤਾਂ ਫੈਕਟਰਸ ਕੀ ਹੋ ਜਾਣਗੇ, 5, ਫਸਟ ਨੰਬਰ ਸਾਡੇ ਕੋਲੇ 5 ਹੈ, ਸੈਕੰਡ ਨੰਬਰ 12। ਫਸਟ ਦੇ ਫੈਕਟਰ ਫਾਈਂਡ ਆਊਟ ਕਰਾਂਗੇ, ਫਸਟ ਦੇ ਫੈਕਟਰ 1 ਐਂਡ 5 ਆ ਗਏ, ਠੀਕ ਹੈ ਜੀ। ਸੈਕੰਡ ਦੇ ਫੈਕਟਰ ਫਾਈਂਡ ਆਊਟ ਕਰਾਂਗੇ 12 ਦੇ, ਆਪਣੇ ਕੋਲੇ ਕੀ ਆ ਗਏ 1 2 3 4 6 ਐਂਡ 12। ਅਗਰ ਮੈਂ ਦੋਨਾਂ ਨੂੰ ਕੰਪੇਅਰ ਕਰਾਂ ਤਾਂ ਮੇਰੇ ਕੋਲ ਕਾਮਨ ਫੈਕਟਰ ਦੋਨਾਂ ਦਾ ਕੀ ਆ ਰਿਹਾ, 1, ਠੀਕ ਹੈ ਜੀ। ਦੋਨਾਂ ਦਾ ਕਾਮਨ ਫੈਕਟਰ 1 ਹੋ ਗਿਆ, ਤਾਂ ਫਿਰ ਮੇਰੇ ਕੋਲੇ ਕੀ ਹੋ ਗਿਆ, ਦੋਨੋਂ ਨੰਬਰ ਕੋ-ਪ੍ਰਾਈਮ ਨੰਬਰ ਹੋ ਗਏ। ਹੁਣ ਅਸੀਂ ਨੇ ਐਵੇਂ ਦਾ ਨੰਬਰ ਲੈਣਾ ਹੈ ਜਿਹੜਾ ਇਹਨਾਂ ਦੋਨੋਂ ਨੰਬਰਸ ਦਾ ਕੀ ਹੋਵੇ, ਡਿਵੀਜ਼ੀਬਲ ਹੋਵੇ। ਤੇ ਮੀਨਸ ਅਗਰ ਮੈਂ ਇਹਨਾਂ ਦੋਨਾਂ ਨੰਬਰਾਂ ਦੀ ਪ੍ਰੋਡਕਟ ਕਰਦਾ, ਮਲਟੀਪਲਾਈ ਕਰਦਾ, ਤਾਂ ਮੇਰੇ ਕੋਲ ਕੀ ਆ ਗਿਆ ਰਿਜ਼ਲਟ 60। ਹੁਣ ਚੈੱਕ ਕਰੀਏ ਅਸੀਂ, ਜਿਹੜਾ 60 ਹੈ, ਦੇਖੋ 60 5 ਨਾਲ ਵੀ ਡਿਵੀਜ਼ੀਬਲ ਹੋ ਰਿਹਾ ਐਂਡ 60 ਸਾਡਾ 12 ਨਾਲ ਵੀ ਡਿਵੀਜ਼ੀਬਲ ਹੋ ਰਿਹਾ, ਠੀਕ ਹੈ ਜੀ। ਜਦੋਂ ਅਸੀਂ 60 ਨੂੰ ਜਿਹੜਾ ਹੈਗਾ 5 ਤੇ ਡਿਵਾਈਡ ਕਰਾਂਗੇ ਤਾਂ ਰਿਜ਼ਲਟ ਕੀ ਆਊਗਾ, ਦੇਖੋ ਸਾਡੇ ਕੋਲ 12 ਐਂਡ 60 ਨੂੰ 12 ਤੇ ਡਿਵਾਈਡ ਕਰਾਂਗੇ, ਰਿਜ਼ਲਟ ਕੀ ਆਏਗਾ 5। ਤਾਂ ਸਾਡੇ ਕੋਲ ਇਹਨਾਂ ਦੋਨਾਂ ਨੰਬਰਸ ਦੀ ਪ੍ਰੋਡਕਟ ਹੈ ਜਿਹੜੀ ਉਹ 5 ਤੇ 12 ਦਾ ਡਿਵੀਜ਼ੀਬਲ ਹੈ। ਤਾਂ ਹੁਣ ਅਸੀਂ ਜਿਹੜੇ ਹੈਗੇ ਫੈਕਟਰ ਫਾਈਂਡ ਆਊਟ ਕਰ ਦਾਂਗੇ 60 ਦੇ। 60 ਦੇ ਫੈਕਟਰ ਕੀ ਆ ਜਾਣਗੇ ਸਾਡੇ ਕੋਲ 1 2 3 4 5 6 10 12 15 20 ਐਂਡ 20 30 ਐਂਡ 60, ਠੀਕ ਹੈ ਜੀ। ਇਹੀ ਅਸੀਂ ਜਿਹੜਾ ਹੈਗਾ ਸੀ ਆਪਣੇ 6th ਕੁਐਸਚਨ ਦੇ ਵਿੱਚ ਫਾਈਂਡ ਆਊਟ ਕਰਨਾ ਸੀ। ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ 7th ਕੁਐਸਚਨ। ਹਾਂਜੀ ਸਟੂਡੈਂਟ, ਅੱਗੇ ਆਪਣੇ ਕੋਲ ਹੈਗਾ 7th ਕੁਐਸਚਨ। ਦੇਖੋ 7th ਕੁਐਸਚਨ 'ਚ ਕੀ ਕਹਿ ਰਹੇ ਨੇ, ਕਹਿੰਦੇ ਆ ਨੰਬਰ ਇਜ਼ ਡਿਵੀਜ਼ੀਬਲ ਬਾਈ 12। ਕੋਈ ਨੰਬਰ ਹੈ ਜਿਹੜਾ 12 ਨਾਲ ਪੂਰਾ ਡਿਵਾਈਡ ਹੋ ਰਿਹਾ, ਠੀਕ ਹੈ ਜੀ। Why what other numbers will that number be divisible? ਕਹਿੰਦੇ 12 ਤੋਂ ਇਲਾਵਾ ਹੋਰ ਕਿਹੜੇ ਨੰਬਰ ਹੋਣਗੇ ਜਿਹੜੇ ਉਸ ਨੰਬਰ ਨੂੰ ਪੂਰਾ ਡਿਵਾਈਡ ਕਰਨਗੇ, ਠੀਕ ਹੈ ਜੀ। ਕੋਈ ਨੰਬਰ ਹੈ ਜਿਹਦੇ ਨਾਲ 12 ਪੂਰਾ ਡਿਵਾਈਡ ਹੋ ਰਿਹਾ। ਸਪੋਜ਼ ਕਰ ਲਓ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਕਿ ਸਾਡੇ ਕੋਲੇ ਹੈਗਾ ਜਿਹੜਾ 12 60 ਨਾਲ, ਠੀਕ ਹੈ ਜੀ। 12 60 ਨਾਲ ਪੂਰਾ ਡਿਵਾਈਡ ਹੋ ਰਿਹਾ, ਆਪਣੇ ਕੋਲੇ 60 ਆ ਗਿਆ, ਠੀਕ ਹੈ ਜੀ। ਹੁਣ ਕਹਿੰਦੇ ਆਪਾਂ ਨੇ 12 ਤੋਂ ਇਲਾਵਾ ਹੋਰ ਐਵੇਂ ਦੇ ਨੰਬਰ ਲੈਣੇ ਨੇ ਜਿਨ੍ਹਾਂ ਨਾਲ ਇਹ 60 ਪੂਰਾ ਡਿਵਾਈਡ ਹੋ ਜਾਏ, ਠੀਕ ਹੈ ਜੀ। ਅਸੀਂ ਕੀ ਕਰਾਂਗੇ, 12 ਦੇ ਫੈਕਟਰ ਬਣਾ ਦਾਂਗੇ। 12 ਦੇ ਜਿੰਨੇ ਵੀ ਫੈਕਟਰ ਹੋਣਗੇ ਸਾਰੇ 60 ਨੂੰ ਡਿਵਾਈਡ ਕਰਨਗੇ, ਠੀਕ ਹੈ ਜੀ। ਫੈਕਟਰਸ ਆਫ 12 ਆਰ ਕਿਹੜੇ ਹੋ ਗਏ, ਦੇਖੋ ਆਪਣੇ ਕੋਲ ਫੈਕਟਰ ਆਫ 12 1 2 3 4 6 ਐਂਡ 12, ਕਿਉਂਕਿ ਇਹ ਸਾਰੇ ਦੇਖੋ 12 ਨੂੰ ਡਿਵਾਈਡ ਕਰ ਰਹੇ ਨੇ ਵਾਲੇ ਨੰਬਰ, ਤਾਂ ਇਹ ਸਾਰੇ ਕੀ ਹੋ ਗਏ 12 ਦੇ ਫੈਕਟਰ ਹੋ ਗਏ, ਠੀਕ ਹੈ ਜੀ। ਹੁਣ ਜਦੋਂ ਇਹ ਨੰਬਰ ਸਾਰੇ 12 ਨੂੰ ਡਿਵਾਈਡ ਕਰ ਰਹੇ ਨੇ, ਠੀਕ ਹੈ ਜੀ, 12 ਦੇ ਫੈਕਟਰ ਨੇ, ਇਟ ਮੀਨਸ ਇਹ ਸਾਡੇ 60 ਨੂੰ ਵੀ ਡਿਵਾਈਡ ਕਰਨਗੇ। ਤਾਂ ਅਸੀਂ ਕੀ ਲਿਖ ਸਕਦੇ ਹਾਂ, therefore 1 2 3 4 6 ਆਰ ਨੰਬਰਸ ਅਦਰ ਦੈਨ 4 ਤੋਂ ਇਲਾਵਾ ਇਹ ਸਾਰੇ ਨੰਬਰ ਨੇ ਜਿਹੜੇ ਕੀ ਕਰਨਗੇ ਵਿਚ ਦਿਸ ਨੰਬਰ ਇਜ਼ ਆਲਸੋ ਡਿਵੀਜ਼ੀਬਲ, ਜਿਹੜੇ ਸਾਡੇ 60 ਨੂੰ ਪੂਰਾ ਡਿਵਾਈਡ ਕਰਨਗੇ, ਠੀਕ ਹੈ ਜੀ। ਤੁਸੀਂ ਕਿਸੇ ਵੀ ਨੰਬਰ ਨੂੰ ਚੈੱਕ ਕਰ ਲਓ, ਦੇਖੋ 2 ਨੂੰ 6 ਨਾਲ ਡਿਵਾਈਡ ਕਰੋਗੇ ਆਪਣੇ ਕੋਲ ਰਿਜ਼ਲਟ 30 ਆ ਜਾਊਗਾ, 3 ਨੂੰ 6 ਨਾਲ ਚੈੱਕ ਕਰੋਗੇ ਰਿਜ਼ਲਟ ਆਪਣੇ ਕੋਲ 20 ਆ ਜਾਊਗਾ। ਤੇ ਵੀ ਜੋ ਵੀ ਆਪਣੇ ਕੋਲ ਇਹ ਨੰਬਰ ਨੇ ਸਾਰੇ 12 ਦੇ ਜਿੰਨੇ ਵੀ ਫੈਕਟਰ ਨੇ ਸਾਰੇ ਕੀ ਕਰਨਗੇ, ਡਿਵਾਈਡ ਕਰਨਗੇ ਆਪਣੇ 60, ਠੀਕ ਹੈ ਜੀ। ਇਹ ਸੀ ਸਾਡੀ ਐਕਸਰਸਾਈਜ਼ 3.4। ਜੇਕਰ ਤੁਹਾਨੂੰ ਸਾਰੇ ਸਮਝ ਲੱਗ ਗਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਾਂ ਮਿਲਦੇ ਆਪਣੇ ਨੈਕਸਟ ਟੌਪਿਕ ਨਾਲ, ਤਦ ਤੱਕ ਲਈ ਥੈਂਕ ਯੂ।